ਅੱਜ ਆਪਾਂ ਸਮੀਕਰਨਾਂ ਨੂੰ ਸੋਲਵ ਕਰਨ ਦੇ ਲਈ ਨਵਾਂ ਮੈਥਡ ਆ ਜਿਹੜਾ ਉਹ ਕਰਨ ਲੱਗੇ ਆ ਪ੍ਰਤਿਸਥਾਪਨ ਵਿਧੀ ਇੰਗਲਿਸ਼ ਦੇ ਵਿੱਚ ਜਿਹਨੂੰ ਅਸੀਂ ਸਬਸਟੀਟਿਊਸ਼ਨ ਮੈਥਡ ਕਹਿੰਦੇ ਆ। ਇਹ ਮੈਥਡ ਕੀ ਹੁੰਦਾ, ਜਿਵੇਂ ਸਾਨੂੰ ਸਮੀਕਰਨ ਆ ਜਿਹੜੀ ਦੋ ਚਲਾਂ ਦੇ ਵਿੱਚ ਦਿੱਤੀ ਵੀ ਆ x ਤੇ y ਦੇ ਵਿੱਚ, ਜਿੰਨੇ ਵੀ ਅਸੀਂ ਸਮੀਕਰਨਾਂ ਨੂੰ ਹੱਲ ਕਰਨ ਵਾਲੇ ਸਵਾਲ ਦਿੱਤੇ ਆ ਉਹਦੇ ਵਿੱਚ ਸਾਨੂੰ ਸਮੀਕਰਨ ਦੋ ਚਲਾਂ ਦੇ ਵਿੱਚ ਦਿੱਤੀ ਹੁੰਦੀ ਆ। ਤਾਂ ਪ੍ਰਤਿਸਥਾਪਨ ਵਿਧੀ ਇਹ ਹੁੰਦੀ ਆ ਕਿ ਅਸੀਂ ਇੱਕ ਸਮੀਕਰਨ ਦੇ ਵਿੱਚੋਂ ਇੱਕ ਚੱਲ ਦਾ ਮੁੱਲ ਕੱਢ ਲੈਣਾ ਤੇ ਉਹਨੂੰ ਦੂਜੀ ਦੇ ਵਿੱਚ ਭਰ ਕੇ ਉਹਨੂੰ ਇੱਕੋ ਹੀ ਚੱਲ ਦੇ ਵਿੱਚ ਬਣਾ ਲੈਣਾ ਤੇ ਉੱਥੋਂ ਅਸੀਂ x ਤੇ y ਦਾ ਮੁੱਲ ਪਤਾ ਕਰਾਂਗੇ। ਤਾਂ ਇਹ ਕਿਵੇਂ ਅਸੀਂ ਸੋਲਵ ਕਰਨਾ ਹੁੰਦਾ, ਸਾਨੂੰ ਜਿਵੇਂ ਐਕਸਰਸਾਈਜ਼ 3.3 ਦੇ ਫਸਟ ਕੁਐਸਚਨ ਦਾ ਫਸਟ ਪਾਰਟ ਆਪਾਂ ਕਰਨ ਲੱਗੇ ਆ, ਦੋ ਸਾਨੂੰ ਇਕੁਏਸ਼ਨਸ ਦਿੱਤੀਆਂ ਹੋਈਆਂ। ਤਾਂ ਹੁਣ ਸਾਰਿਆਂ ਤੋਂ ਪਹਿਲਾਂ ਅਸੀਂ ਪਹਿਲੀ ਸਮੀਕਰਨ ਦੇ ਵਿੱਚੋਂ ਮੁੱਲ ਕੱਢਾਂਗੇ ਇੱਕ ਚੱਲ ਦਾ, ਜਾਂ x ਦਾ ਜਾਂ y ਦਾ। ਜਿਵੇਂ ਹੁਣ ਜੇ ਮੰਨ ਲਓ ਅਸੀਂ x ਦਾ ਮੁੱਲ ਕੱਢਣਾ ਤਾਂ ਅਸੀਂ ਕੀ ਕਰਾਂਗੇ, y ਨੂੰ ਇਹਦੇ ਨਾਲੋਂ ਚੱਕ ਕੇ ਇਕੁਐਲਿਟੀ ਤੋਂ ਦੂਜੇ ਪਾਸੇ ਲੈ ਜਾਾਂਗੇ। ਇਹ ਤੁਹਾਨੂੰ ਪਤਾ ਕਿ ਜਦੋਂ ਵੀ ਅਸੀਂ ਇਕੁਐਲਿਟੀ ਤੋਂ ਦੂਜੇ ਪਾਸੇ ਲੈ ਕੇ ਜਾਣਾ ਹੁੰਦਾ ਤਾਂ ਅਸੀਂ ਨਿਸ਼ਾਨ ਆ ਜਿਹੜਾ ਉਹ ਬਦਲ ਦਿੰਦੇ ਆ। ਤਾਂ ਹੁਣ ਆਪਾਂ ਪਲੱਸ ਦੇ y ਨੂੰ ਦੂਜੇ ਪਾਸੇ ਲੈ ਗਏ, ਜਾ ਕੇ ਮਾਈਨਸ ਦੇ y ਬਣ ਗਏ। ਤਾਂ ਇਹ ਸਾਡੇ ਕੋਲੇ ਵੇਖੋ ਇੱਕ ਜਿਹੜਾ ਚਾਲ ਆ x ਉਹਦਾ ਮੁੱਲ ਆ ਉਹ ਆ ਗਿਆ। ਹੁਣ ਆਪਾਂ ਇਸ ਮੁੱਲ ਨੂੰ ਦੂਜੀ ਸਮੀਕਰਨ ਦੇ ਵਿੱਚ ਭਰ ਦਾਂਗੇ। ਤਾਂ ਆਪਾਂ ਹੁਣ ਲਿਖਾਂਗੇ ਪੁੱਟ x ਜਾਂ ਵੈਲਿਊ ਆਫ x ਇਨ ਇਕੁਏਸ਼ਨ 2। x ਦਾ ਮੁੱਲ ਸਮੀਕਰਨ, ਤਾਂ ਹੁਣ ਮੁੱਲ ਕਿਵੇਂ ਭਰੀਦਾ, ਸਾਨੂੰ ਜਿੱਥੇ x ਦਿੱਤਾ ਹੋਇਆ ਉਹਦੀ ਜਗ੍ਹਾ ਤੇ ਆਪਾਂ ਲਿਖ ਦਾਂਗੇ 14 ਮਾਈਨਸ y ਤੇ ਬਾਕੀ ਸਾਰੀ ਸਮੀਕਰਨ ਨੂੰ ਉਸੇ ਤਰ੍ਹਾਂ ਲਿਖਾਂਗੇ ਜਿਵੇਂ ਅਸੀਂ ਸਿਰਫ x ਦੀ ਜਗ੍ਹਾ ਤੇ ਅਸੀਂ 14 ਮਾਈਨਸ y ਲਿਖਤਾ, ਬਾਕੀ ਆ ਸਾਰੇ ਦਾ ਸਾਰਾ ਉਵੇਂ ਹੀ ਆਊਗਾ। ਹੁਣ ਇਹਨੂੰ ਆਪਾਂ ਸੋਲਵ ਕਰ ਲਾਂਗੇ। ਪਲੱਸ ਦੇ 14 ਜਦੋਂ ਅਸੀਂ ਇਹਨੂੰ ਇਕੁਐਲਿਟੀ ਤੋਂ ਦੂਜੇ ਪਾਸੇ ਲੈ ਕੇ ਗਏ ਮਾਈਨਸ ਦੇ 14 ਬਣ ਗਏ, ਮਾਈਨਸ ਦੇ y ਤੇ ਮਾਈਨਸ ਦੇ y ਮਾਈਨਸ ਮਾਈਨਸ ਪਲੱਸ ਹੁੰਦੇ ਆ ਤਾਂ ਉਹ ਬਣ ਗਏ ਮਾਈਨਸ ਦੇ 2y। ਹੁਣ ਇਹ ਤੋਂ ਵੇਖੋ ਸਾਨੂੰ ਕੀ ਮਿਲ ਗਿਆ, ਮਾਈਨਸ ਦੇ 2y ਇਜ਼ ਇਕੁਅਲ ਟੂ, ਜਦੋਂ ਅਸੀਂ 4 ਦੇ ਵਿੱਚੋਂ 14 ਮਾਈਨਸ ਕੀਤੇ, ਛੋਟੇ ਨੰਬਰ 'ਚੋਂ ਜਦੋਂ ਵੱਡਾ ਮਾਈਨਸ ਕੀਤਾ ਤਾਂ ਵੱਡੀ ਰਕਮ ਨਾਲ ਦਾ ਨਿਸ਼ਾਨ ਆ ਗਿਆ ਮਾਈਨਸ ਦੇ 10, ਦੋਵੇਂ ਪਾਸਿਓਂ ਮਾਈਨਸ ਖਤਮ ਹੋ ਗਿਆ। ਹੁਣ 2 ਦੀ ਇੱਧਰ ਗੁਣਾ ਸੀ, ਦੂਜੇ ਪਾਸੇ ਜਾ ਕੇ ਭਾਗ ਹੋ ਗਈ ਤਾਂ ਸਾਡੇ ਕੋਲੇ y ਦੀ ਵੈਲਿਊ ਕਿੰਨੀ ਆ ਗਈ 5। ਹੁਣ ਅਸੀਂ ਇਹਨੂੰ 3 ਮੰਨ ਲੈਂਦੇ ਹਾਂ ਜਿੱਥੇ ਅਸੀਂ x ਦਾ ਮੁੱਲ ਕੱਢਿਆ ਸੀ। ਆਪਾਂ ਲਿਖ ਦਿੰਦੇ ਹਾਂ ਕਿ ਪੁੱਟ ਵੈਲਿਊ ਆਫ y, ਯਾਨੀ ਕਿ y ਦਾ ਮੁੱਲ 5 ਕਿੱਥੇ ਭਰਨਾ ਸੀ, ਪੁੱਟ ਵੈਲਿਊ ਆਫ y ਇਨ 3। y ਦਾ ਮੁੱਲ 3 ਕਿ ਜਿੱਥੇ y ਆ ਉੱਥੇ ਆਪਾਂ ਹੁਣ ਕਿੰਨਾ ਲਿਖ ਦੇਣਾ 5, 14 ਮਾਈਨਸ 5। ਤਾਂ ਜਦੋਂ ਅਸੀਂ ਮਾਈਨਸ ਕੀਤਾ ਤਾਂ ਸਾਡੇ ਕੋਲੇ x ਦੀ ਵੈਲਿਊ ਕਿੰਨੀ ਆ ਗਈ 9। ਤਾਂ ਇਹ ਸਾਨੂੰ ਸਮੀਕਰਨ ਦਾ ਹੱਲ ਹੈ ਜਿਹੜਾ ਉਹ ਪਤਾ ਲੱਗ ਗਿਆ। ਤਾਂ ਇਹ ਹੁੰਦਾ ਸਬਸਟੀਟਿਊਸ਼ਨ ਮੈਥਡ ਪ੍ਰਤਿਸਥਾਪਨ ਵਿਧੀ। ਅਸੀਂ ਇੱਕ ਸਮੀਕਰਨ 'ਚੋਂ x ਦਾ ਮੁੱਲ ਕੱਢਿਆ, ਦੂਜੀ ਵਿੱਚ ਭਰਤਾ, ਉਹਦੇ ਤੋਂ y ਦੀ ਵੈਲਿਊ ਆ ਗਈ। ਫਿਰ ਇਹਦੇ ਵਿੱਚ ਜਿਹੜੀ ਜਿੱਥੋਂ ਅਸੀਂ x ਦਾ ਮੁੱਲ ਕੱਢਿਆ ਸੀ ਉੱਥੇ ਜਦੋਂ y ਦਾ ਭਰਿਆ ਤਾਂ ਉੱਥੇ ਸਾਡੇ ਕੋਲੇ x ਦੀ ਵੈਲਿਊ ਆ ਜੂਗੀ। ਇਸੇ ਤਰ੍ਹਾਂ ਅਸੀਂ ਬਾਕੀ ਦੇ ਸਮ ਵੀ ਸੋਲਵ ਕਰਾਂਗੇ। ਇਹਦੇ ਵਿੱਚ ਦੇਖੋ ਸਾਨੂੰ ਸਮੀਕਰਨਾਂ ਹੁਣ s ਤੇ t ਚੱਲ ਦੇ ਵਿੱਚ ਦਿੱਤੀਆਂ ਵੀਆਂ। ਪਹਿਲਾਂ ਆਪਾਂ ਜਿਹੜੇ ਸਵਾਲ ਕਰਦੇ ਸੀ ਉਹਨਾਂ ਵਿੱਚ ਜਿਹੜਾ ਸਾਨੂੰ ਚਾਲ ਆ ਉਹ x ਤੇ y ਹੁੰਦਾ ਸੀ, ਤਾਂ ਹੁਣ ਸਾਨੂੰ x y ਦੀ ਜਗ੍ਹਾ ਤੇ s ਤੇ t ਦਿੱਤਾ ਹੋਇਆ। ਤਾਂ ਪਹਿਲਾਂ ਆਪਾਂ ਇਹਨਾਂ ਸਮੀਕਰਨਾਂ ਨੂੰ 1 ਤੇ 2 ਲਿਖ ਲਿਆ। ਹੁਣ ਇਹਦੇ ਵਿੱਚੋਂ ਜਿਵੇਂ ਅਸੀਂ ਫਸਟ ਪਾਰਟ ਦੇ ਵਿੱਚ x ਦੀ ਵੈਲਿਊ ਕੱਢੀ ਸੀ, ਹੁਣ ਆਪਾਂ ਕਾਹਦੀ ਕੱਢਾਂਗੇ ਇਹਦੇ ਵਿੱਚੋਂ, ਫਸਟ ਸਮੀਕਰਨ ਦੇ ਵਿੱਚੋਂ। ਪਹਿਲਾਂ ਆਪਾਂ ਫਸਟ ਸਮੀਕਰਨ ਲਿਖ ਲਈ, ਇਹਨੂੰ s ਦਾ ਅਸੀਂ ਮੁੱਲ ਕੱਢਾਂਗੇ ਇਹਦੇ ਵਿੱਚੋਂ, ਮਾਈਨਸ ਦੇ t ਦੂਜੇ ਪਾਸੇ ਜਾ ਕੇ ਪਲੱਸ ਦੇ t ਬਣ ਜਾਣਗੇ। ਇਹਨੂੰ ਆਪਾਂ ਹੁਣ 3 ਮੰਨ ਲੈਣਾ। ਹੁਣ ਆਪਾਂ ਫੇਰ ਉਹੀ ਲਿਖਣਾ ਕਿ ਪੁੱਟ value of s in 2
ਐਸ ਦਾ ਮੁੱਲ ਤਾਂ ਭਰੋ ਹੁਣ ਮੁੱਲ ਤੁਸੀਂ 2 ਦੇ ਵਿੱਚ ਐਸ ਕਿੱਥੇ ਆ ਉੱਥੇ ਅਸੀਂ ਲਿਖ ਦੇਣਾ 3 ਜਮਾ ਟੀ ਬਟਾ 3 ਉਵੇਂ ਹੀ ਆ ਗਿਆ ਜਮਾ ਟੀ ਬਟਾ 2 ਬਰਾਬਰ। ਹੁਣ ਇਹਨਾਂ ਸਮੀਕਰਨ ਦੇ ਵਿੱਚ ਦੇਖੋ ਅਸੀਂ ਥੱਲੇ ਸਾਡੇ ਕੋਲੇ ਡਿਨੋਮੀਨੇਟਰ ਵਿੱਚ 3 ਤੇ 2 ਪਿਆ ਆਪਾਂ ਪਹਿਲਾਂ ਇਸ 3 ਤੇ 2 ਆ ਜਿਹੜਾ ਇਹਦਾ ਐਲਸੀਐਮ ਲਵਾਂਗੇ ਜਾਂ ਫਿਰ ਕ੍ਰੋਸ ਮਲਟੀਪਲਾਈ ਆਪਾਂ ਇਹਦੀ ਕਰਕੇ ਇਹਨੂੰ ਥੱਲੋਂ ख़त्म ਕਰੀਏ ਤਾਂ 3 ਦਾ ਤੇ 2 ਦਾ ਐਲਸੀਐਮ 6 ਆਊਗਾ। ਫਿਰ ਜਦੋਂ ਆਪਾਂ 3 ਦੇ ਨਾਲ 6 ਨੂੰ ਭਾਗ ਕੀਤਾ ਸਾਡੇ ਕੋਲੇ ਆ ਜਾਊਗਾ 2 ਤਾਂ ਅਸੀਂ ਉਸ 2 ਦੀ ਗੁਣਾ ਕਰਾਂਗੇ 3 ਜਮਾ ਟੀ ਦੇ ਨਾਲ ਇਹ ਵਾਲਾ ਪਲੱਸ ਦਾ ਨਿਸ਼ਾਨ ਲੱਗ ਗਿਆ ਫਿਰ 2 ਤੀਏ 6 ਹੁੰਦੇ ਆ ਤਾਂ 3 ਦੀ ਗੁਣਾ ਹੋ ਗਈ ਟੀ ਨਾਲ ਆ ਗਿਆ ਸਾਡਾ 3t ਉਧਰ 6 ਉਵੇਂ ਹੀ ਪਿਆ ਸੀ। ਹੁਣ ਦੇਖੋ ਆਪਾਂ ਜਦੋਂ ਬ੍ਰੈਕਟ ਦੇ ਅੰਦਰ ਮਲਟੀਪਲਾਈ ਕੀਤੀ 2 3 6 ਪਲੱਸ 2t 3t ਉਵੇਂ ਹੀ ਲੱਗਿਆ ਇਹ 6 ਦੀ ਉੱਧਰ ਜਾ ਕੇ ਗੁਣਾ ਹੋ ਗਈ ਤਾਂ ਥੱਲੋਂ ਦੇਖੋ ख़त्म ਹੋ ਗਿਆ ਨਾ ਆਪਣੇ ਕੋਲ। ਹੁਣ ਜਦੋਂ ਆਪਾਂ ਇਹਨਾਂ ਦੀ ਪਲੱਸ ਕੀਤੀ 3 ਤੇ 2 5t ਬਰਾਬਰ 36 5t ਬਰਾਬਰ 36 6 ਉੱਧਰ ਜਾ ਕੇ ਮਾਈਨਸ ਹੋ ਗਿਆ 30 ਆ ਗਿਆ ਆਪਣੇ ਕੋਲੇ। ਤਾਂ ਹੁਣ ਇਹਨੂੰ ਜਦੋਂ ਆਪਾਂ 5 ਨੂੰ ਉੱਧਰ ਬਟੇ ਵਿੱਚ ਲੈ ਕੇ ਜਾਵਾਂਗੇ ਤਾਂ ਆਨਸਰ ਟੀ ਦਾ ਕਿੰਨਾ ਆ ਗਿਆ 6। ਹੁਣ ਆਪਾਂ ਟੀ ਦਾ ਜਿਹੜਾ ਮੁੱਲ ਪੁੱਟ ਟੀ ਇਜ਼ ਇਕੁਅਲ ਟੂ 6 ਇਨ 3 ਪੰਜਾਬੀ ਵਾਲੇ ਲਿਖ ਲੈਣਗੇ ਟੀ ਦਾ ਮੁੱਲ 3 ਵਿੱਚ ਭਰੋ ਤਾਂ ਉੱਥੋਂ ਸਾਡੇ ਕੋਲੇ ਕਾਹਦੀ ਵੈਲਿਊ ਆਉਣੀ ਆ ਐਸ ਦੀ ਤਾਂ 3 ਜਮਾ 6 ਜਦੋਂ ਅਸੀਂ ਪਲੱਸ ਕੀਤਾ ਆ ਗਿਆ 9 ਇਹਦਾ ਮਤਲਬ ਐਸ ਦੀ ਵੈਲਿਊ ਆ ਗਈ 9 ਤੇ ਟੀ ਦੀ ਵੈਲਿਊ ਸਾਡੇ ਕੋਲੇ ਪਹਿਲਾਂ ਹੀ ਆ ਗਈ ਸੀਗੀ ਕਿੰਨੀ ਆਈ ਸੀ ਉਹ 6 ਤਾਂ ਇਹ ਅਸੀਂ ਦੋਨਾਂ ਚਲਾਂ ਦੀ ਵੈਲਿਊ ਸਬਸਟੀਟਿਊਸ਼ਨ ਮੈਥਡ ਦੇ ਨਾਲ ਕੱਢ ਲਈ। ਇਹ ਬਹੁਤ ਹੀ ਈਜ਼ੀ ਸਮ ਤਾਂ ਇਹਨੂੰ ਤੁਸੀਂ ਕਰ ਸਕਦੇ ਆ ਐਸ ਤੇ ਟੀ ਜਸਟ 2 ਵੇਰੀਏਬਲ ਆ ਇਹ ਨਹੀਂ ਅਸੀਂ ਸੋਚਣਾ ਕਿ ਇਹ ਅੱਗੇ ਅਸੀਂ ਐਕਸ ਵਾਈ ਵਾਲੇ ਸਵਾਲ ਕਰਦੇ ਸੀ ਤਾਂ ਹੁਣ ਇਹ ਐਸ ਟੀ ਦਾ ਕੋਈ ਡਿਫਰੈਂਟ ਮੈਥਡ ਹੋਊ ਮੈਥਡ ਸੇਮ ਹੀ ਆ। 4th ਪਾਰਟ ਦੇ ਵਿੱਚ ਆਪਾਂ ਨੂੰ ਜਿਹੜੀ ਸਮੀਕਰਨ ਆ ਉਹ ਡੈਸੀਮਲ ਦੇ ਵਿੱਚ ਦਿੱਤੀ ਵੀ ਆ ਤਾਂ ਇਹਨੂੰ ਅਸੀਂ ਪਹਿਲਾਂ ਡੈਸੀਮਲ ਆ ਜਿਹੜਾ ਇਹਦਾ ਰਿਮੂਵ ਕਰ ਦਾਂਗੇ ਸਾਰੇ ਕਿਤੋਂ ਫਿਰ ਇਹ ਜਿਹੜਾ ਸਾਮਾ ਸਿੰਪਲ ਜਿਵੇਂ ਅਸੀਂ ਪਹਿਲਾਂ ਕੀਤੇ ਆ ਪਾਰਟ ਉਹਦੇ ਵਾਂਗੂ ਹੀ ਸਬਸਟੀਟਿਊਸ਼ਨ ਮੈਥਡ ਲਾਵਾਂਗੇ ਇੱਕ ਚੱਲਦੀ ਜਿਵੇਂ ਕਿ x ਦੀ ਇਹਦੇ ਵਿੱਚੋਂ ਅਸੀਂ ਵੈਲਿਊ ਕੱਢਾਂਗੇ ਤੇ ਉਹਨੂੰ ਦੂਜੀ ਸਮੀਕਰਨ 'ਚ ਪੁੱਟ ਕਰਕੇ ਉੱਥੋਂ ਸਾਡੇ ਕੋਲੇ y ਦੀ ਵੈਲਿਊ ਆ ਜਾਊਗੀ ਤੇ ਫਿਰ ਉਸ y ਦੀ ਵੈਲਿਊ ਨੂੰ ਅਸੀਂ x ਵਾਲੇ ਦੇ ਵਿੱਚ ਭਰ ਕੇ x ਤੇ y ਦੋਵਾਂ ਦਾ ਮੁੱਲ ਕੱਢਾਂਗੇ। ਤਾਂ ਹੁਣ ਸਾਰਿਆਂ ਤੋਂ ਪਹਿਲਾਂ ਇਸ ਸਮੀਕਰਨ ਨੂੰ ਆਪਾਂ ਸੋਲਵ ਕਿਵੇਂ ਕਰਨਾ ਆਪਾਂ ਇਹਨਾਂ ਦਾ ਡੈਸੀਮਲ ਰਿਮੂਵ ਕਰਨ ਲਈ ਕੀ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਕਿ ਡੈਸੀਮਲ ਤੋਂ ਬਾਅਦ ਜਿੰਨੇ ਡਿਜਿਟ ਹੁੰਦੇ ਆ ਅਸੀਂ ਉਨੀਆਂ ਹੀ ਜ਼ੀਰੋਜ਼ ਆ ਜਿਹੜੀਆਂ ਉਹ ਥੱਲੇ ਲਾ ਲੈਣੀਆਂ ਹੁੰਦੀਆਂ ਤਾਂ ਇੱਥੇ ਵੀ ਡੈਸੀਮਲ ਤੋਂ ਬਾਅਦ ਇੱਕ ਅੰਕ ਆ ਇੱਥੇ ਵੀ ਤੇ ਇੱਥੇ ਵੀ ਇਹਦਾ ਮਤਲਬ ਸਾਰੇ ਕਿਤੇ ਬਟਾ ਕੀ ਲੱਗ ਜਾਊਗਾ 10। ਤਾਂ ਦੇਖੋ ਜਦੋਂ ਸਾਰੇ ਥੱਲੇ ਤਿੰਨਾਂ ਦੇ ਹੇਠਾਂ 10 ਆ ਗਿਆ ਤਾਂ 10 ਤੇ 10 ਆਪਸ ਦੇ ਵਿੱਚ ਕੈਂਸਲ ਹੋ ਜਾਣਗੇ। ਇਸੇ ਤਰ੍ਹਾਂ ਦੂਜੀ ਸਮੀਕਰਨ ਦੇ ਵਿੱਚ ਵੀ ਆਪਾਂ ਡੈਸੀਮਲ ਨੂੰ ਰਿਮੂਵ ਕਰਾਂਗੇ ਤੇ ਸਭ ਦੇ ਡਿਨੋਮੀਨੇਟਰ 'ਚ 10 ਆ ਗਿਆ ਉਹਨੂੰ ਅਸੀਂ ख़त्म ਕਰਤਾ। ਹੁਣ ਸਾਡੇ ਕੋਲੇ ਦੇਖੋ ਜਿਹੜੀਆਂ ਨਵੀਆਂ ਸਮੀਕਰਨ ਬਣ ਗਈਆਂ ਇਕੁਏਸ਼ਨਸ ਬਣ ਗਈਆਂ ਤਾਂ ਹੈ ਨਾ ਇਹ ਪਹਿਲਾਂ ਜਿਵੇਂ ਅਸੀਂ ਪਹਿਲਾ ਦੂਜਾ ਪਾਰਟ ਕੀਤਾ ਸੀ ਉਹਦੇ ਨਾਲ ਦੇ ਇਕੁਏਸ਼ਨਸ ਆ ਜਿਹੜੀਆਂ ਉਹ ਬਣ ਗਈਆਂ। ਹੁਣ ਆਪਾਂ ਇਹਨਾਂ ਨੂੰ 1 ਲਵਾਂਗੇ 2 ਲਵਾਂਗੇ। ਪਹਿਲੀ ਸਮੀਕਰਨ 'ਚੋਂ ਅਸੀਂ x ਦੀ ਵੈਲਿਊ ਕੱਢਣੀ ਆ ਤਾਂ ਜਿਵੇਂ ਕਿ ਅਸੀਂ y ਵਾਲੀ ਜਿਹੜਾ ਹੁੰਦਾ ਸੀ ਚੱਕ ਕੇ ਦੂਜੇ ਪਾਸੇ ਲੈ ਕੇ ਜਾਵਾਂਗੇ ਇੱਧਰ ਜਮਾ ਦੇ 3y ਆ ਉੱਧਰ ਜਾ ਕੇ ਮਾਈਨਸ ਦੇ 3y ਹੋ ਗਏ ਫਿਰ ਇਹ 2 ਆ ਜਿਹੜਾ ਉੱਧਰ ਜਾ ਕੇ ਬਟੇ ਦੇ ਵਿੱਚ ਲੱਗ ਜਾਊਗਾ ਤਾਂ ਇਹ ਸਾਡੇ ਕੋਲੇ x ਦੀ ਵੈਲਿਊ ਆ ਜਿਹੜੀ ਉਹ ਨਿਕਲ ਗਈ। ਹੁਣ ਆਪਾਂ ਇਸ x ਦੀ ਵੈਲਿਊ ਨੂੰ ਸਮੀਕਰਨ 2 ਦੇ ਵਿੱਚ ਪੁੱਟ ਕਰਾਂਗੇ ਤਾਂ ਪੁੱਟ x ਵੈਲਿਊ ਆਫ x ਇਨਟੂ x ਦੇ ਮੁੱਲ ਨੂੰ ਸਮੀਕਰਨ 2 ਵਿੱਚ ਭਰੋ ਤਾਂ ਜਿੱਥੇ x ਪਿਆ ਸਾਡਾ
4 ਤੇ x ਦੀ ਜਗ੍ਹਾ ਤੇ ਆਪਾਂ ਲਿਖਤਾ 13 ਮਾਈਨਸ 3y ਬਟਾ 2। ਫਿਰ ਬਾਕੀ ਉਵੇਂ ਹੀ ਲਿਖ ਲੈਣਾ ਜਮਾ ਦੇ 5y ਬਰਾਬਰ 23। ਹੁਣ ਇਹ ਜਿਹੜਾ 4 ਇਹਦੀ ਗੁਣਾ ਅਸੀਂ ਅੰਦਰਲੇ ਪਾਸੇ ਕਰ ਦੇਣੀ ਆ। ਜਦੋਂ ਆਪਾਂ 13 ਦੀ 4 ਨਾਲ ਕੀਤੀ ਆ ਗਿਆ 52 ਮਾਈਨਸ 4 ਤੀਏ 12। ਠੀਕ ਆ। ਤਾਂ ਹੁਣ ਇਸ 2 ਦਾ ਐਲਸੀਐਮ ਜਦੋਂ ਅਸੀਂ ਲਿਆ ਤਾਂ ਉਹਨੇ 5 ਦੇ ਨਾਲ ਗੁਣਾ ਹੋ ਜਾਣੀ ਆ। 2 5 10y ਸਾਰੇ ਦਾ ਬਟਾ 2। ਹੁਣ ਇਹ 2 ਉੱਧਰ ਜਾ ਕੇ ਗੁਣਾ ਹੋ ਜਾਊਗਾ ਜਿਵੇਂ ਕਿ ਅਸੀਂ ਪਹਿਲਾਂ ਹੀ ਕਰਕੇ ਆਏ ਆ। ਇਹਨਾਂ ਦੀ ਜਦੋਂ ਆਪਾਂ ਮਾਈਨਸ ਕੀਤੀ ਆ ਗਿਆ ਮਾਈਨਸ ਤੇ 2y 52 ਉਵੇਂ ਹੀ ਪਿਆ ਤੇ 23 ਦੀ ਜਦੋਂ ਅਸੀਂ ਉੱਧਰ 2 ਨਾਲ ਗੁਣਾ ਕੀਤੀ ਤਾਂ ਉਹ ਆ ਜਾਊਗਾ 46। 52 ਇੱਧਰ ਜਮਾ ਦੇ ਉੱਧਰ ਜਾ ਕੇ ਮਾਈਨਸ ਦੇ ਹੋ ਜਾਣਗੇ ਮਾਈਨਸ ਦੇ 2y। ਜਦੋਂ ਆਪਾਂ 46 ਦੇ ਵਿੱਚੋਂ 52 ਮਾਈਨਸ ਕਰਾਂਗੇ ਤਾਂ ਸਾਡਾ ਆਨਸਰ ਆ ਜਾਊਗਾ ਮਾਈਨਸ ਦੇ 6। ਮਾਈਨਸ ਤਾਂ ਲੱਗਿਆ ਕਿਉਂਕਿ 46 ਛੋਟੇ ਆ ਮਾਈਨਸ ਦੇ 52 ਵੱਡੇ ਆ। ਮਾਈਨਸ ਤੇ ਮਾਈਨਸ ਕੈਂਸਲ ਹੋ ਗਏ। y ਦੀ ਵੈਲਿਊ ਸਾਡੇ ਕੋਲ ਆ ਗਈ 3 ਕਿਉਂਕਿ 2 ਉੱਧਰ ਬਟੇ ਵਿੱਚ ਲੱਗ ਗਿਆ। ਹੁਣ ਆਪਾਂ y ਦੀ ਇਸ ਵੈਲਿਊ ਨੂੰ ਭਰਾਂਗੇ 3 ਦੇ ਵਿੱਚ। y is equal to 3 2 ਵਿੱਚ ਸੌਰੀ 3 ਵਿੱਚ ਭਰੋ। ਤਾਂ 3 ਦੇ ਵਿੱਚ ਜਿੱਥੇ y ਲੱਗੀ ਵੀ ਆ 13 ਮਾਈਨਸ 3 ਤੀਏ 9 ਹੋ ਜਾਣਗੇ। ਜਦੋਂ ਆਪਾਂ ਇਹਨੂੰ ਮਾਈਨਸ ਕੀਤਾ ਆ ਗਏ 4 ਬਟਾ 2 ਬਰਾਬਰ 2। ਤਾਂ ਸਾਡੇ ਕੋਲੇ x ਦੀ ਵੈਲਿਊ ਆ ਗਈ 2 ਤੇ y ਦੀ ਵੈਲਿਊ ਆ ਗਈ 3। ਤਾਂ ਇਹ ਸੀ ਸਾਡਾ 4th ਪਾਰਟ ਬਾਏ ਸਬਸਟੀਟਿਊਸ਼ਨ ਮੈਥਡ।